ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਤ PSPCL ਦਾ ਜੋ 2021 ਦੇ ਵਿੱਚ ਆਪਣਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਜੋ ਕਿ ਆਪਣੇ ਕਲਰਕ ਕੈਂਡੀਡੇਟ ਸੀ ਉਹਨਾਂ ਦੀ DV ਦੀ ਜੋ ਲਿਸਟ ਹੈ ਉਹ PSPCL ਦੀ ਵੈਬਸਾਈਟ ਦੇ ਉੱਤੇ ਅਪਲੋਡ ਹੋ ਗਈ ਸੀ। ਆ ਤੁਸੀਂ ਲਿਸਟ ਦੇਖ ਸਕਦੇ ਹੋ। ਇਹ ਸਾਰੀ ਲਿਸਟ ਜਿੰਨੇ ਵੀ ਕੈਂਡੀਡੇਟਸ ਸੀਗੇ, ਠੀਕ ਆ, ਜੋ ਵੀ ਕੈਂਡੀਡੇਟਸ ਨੂੰ ਆਪਣੇ DV ਲਈ ਬੁਲਾਇਆ ਗਿਆ ਵਾ, ਜਰਨਲ ਕੈਟਾਗਰੀ ਚਾਹੇ EWS ਕੈਟਾਗਰੀ ਚਾਹੇ ਕੋਈ ਵੀ ਕੈਟਾਗਰੀ, ਠੀਕ ਆ, ਸਾਰੀ ਦੀ ਲਿਸਟ ਆਪਣੀ ਬੋਰਡ ਦੀ ਵੈਬਸਾਈਟ ਤੇ ਪਈ ਆ। ਸੋ ਆਪਾਂ ਇਹਦੇ ਵਿੱਚ ਇੱਕ ਐਨਾਲਾਈਜ਼ ਕੀਤਾ ਹੈ ਇਸ ਬੋਰਡ ਦੀ ਜੋ ਵੈਬਸਾਈਟ ਤੋਂ ਲਿਸਟ ਨੂੰ ਆਪਾਂ ਐਕਸਲ ਦੇ ਵਿੱਚ ਕਨਵਰਟ ਕਰਕੇ ਇੱਕ ਐਨਾਲਾਈਜ਼ ਕੀਤਾ ਕਿ ਕੈਟਾਗਰੀ ਵਾਈਜ਼ ਕਿੰਨੇ ਗੁਣਾ ਕੈਂਡੀਡੇਟਸ ਨੂੰ ਹੋਰ ਬੁਲਾਇਆ ਗਿਆ ਵਾ, ਕਿੰਨੀ ਕੱਟ ਆਫ ਗਈ ਆ, ਕਿੰਨੇ ਫੀਮੇਲ ਬੁਲਾਏ ਆ, ਕਿੰਨੇ ਮੇਲ ਬੁਲਾਏ ਆ, ਤੇ ਇਹਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਇਹਦੇ ਵਿੱਚ ਇਹਨਾਂ ਨੇ ਜੋ ਕਿੰਨੇ ਗੁਣਾ ਕੈਂਡੀਡੇਟਸ ਨੂੰ ਬੁਲਾਇਆ ਵਾ, ਕਿੰਨੇ ਨੰਬਰ ਵਾਲੇ ਨੂੰ ਬੁਲਾਇਆ ਵਾ। ਸਾਰੀਆਂ ਕੈਟਾਗਰੀਆਂ ਟੋਟਲ 17 ਕੈਟਾਗਰੀਆਂ ਸੀਗੀਆਂ ਆਪਣੀਆਂ। 17 ਕੈਟਾਗਰੀਆਂ ਦੇ ਜੋ ਕੱਲੀ ਕੈਟਾਗਰੀ ਨੂੰ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਕਿ ਕਿਹੜੀ ਕੈਟਾਗਰੀ ਨੂੰ ਕਿੰਨੇ ਗੁਣਾ ਕੈਂਡੀਡੇਟ ਨੂੰ ਬੁਲਾਇਆ ਵਾ ਤੇ ਕਿੰਨੇ ਕੈਂਡੀਡੇਟ ਨੂੰ DV ਲਈ ਬੁਲਾਇਆ ਵਾ। ਸੋ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਵੀ ਕੈਂਡੀਡੇਟਸ ਨੂੰ DV ਲਈ ਬੁਲਾਇਆ ਵਾ ਉਹਨਾਂ ਨੇ ਸਾਫ਼-ਸਾਫ਼ ਉੱਤੇ ਲਿਖਿਆ ਹੋਇਆ ਕਿ ਜ਼ਰੂਰੀ ਨਹੀਂ ਕਿ ਜੇ ਉਹਨਾਂ ਨੂੰ DV ਲਈ ਬੁਲਾਇਆ ਵਾ ਤਾਂ ਉਹ ਸਿਲੈਕਟ ਨੇ, ਠੀਕ ਆ। ਸੋ ਉਸ ਤੋਂ ਟੈਂਟੇਟਿਵ ਇਹਨਾਂ ਨੇ 25% ਜ਼ਿਆਦਾ ਇਹਨਾਂ ਨੇ ਕੈਂਡੀਡੇਟ ਨੂੰ ਬੁਲਾਇਆ ਵਾ ਜਿੰਨੀਆਂ ਵੀ ਪੋਸਟਾਂ ਸੀ, ਮਤਲਬ ਕਿ 549 ਪੋਸਟਾਂ ਸੀ। ਇਹਦੇ ਲਈ ਇਹਨਾਂ ਨੇ ਕਿੰਨੇ 667 ਦੇ ਸਮਥਿੰਗ ਕੈਂਡੀਡੇਟ ਨੂੰ DV ਲਈ ਬੁਲਾਇਆ ਵਾ। ਸੋ ਇਹਦੀ ਇੱਕ ਵੇਟਿੰਗ ਲਿਸਟ ਹੋਰ ਆ ਸਕਦੀ ਆ। ਮੇਰੇ ਅਕੋਰਡਿੰਗ ਇੱਕ ਵੇਟਿੰਗ ਲਿਸਟ ਹੋਰ ਆਉਣੀ ਚਾਹੀਦੀ ਆ, ਕਿਉਂਕਿ ਕੁਝ ਟੌਪਰ ਇਹਦੇ ਵਿੱਚ ਕਾਮਨ ਹੋਣਗੇ ਜਿਹੜੇ ਕਿ ਪਟਵਾਰੀ ਦੇ ਵਿੱਚ ਗਏ ਹੋਣਗੇ ਜਾਂ ਪੰਜਾਬ ਪੁਲਿਸ ਦੇ ਵਿੱਚ ਵੀ ਜਾਣਗੇ। ਸੋ ਇੱਕ ਲਿਸਟ ਇਹਦੀ ਹੋਰ ਆਏਗੀ। ਅੱਗੇ ਜਾ ਕੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਇਹਦੀ ਇੱਕ ਲਿਸਟ ਹੋਰ ਬਣ ਸਕਦੀ ਆ, ਕਿਉਂ ਸੰਭਾਵਨਾ ਵਾ ਕਿ ਇੱਕ ਲਿਸਟ ਹੋਰ ਆਏਗੀ। ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਆਪਾਂ ਹੁਣ ਦੇਖਾਂਗੇ ਕਿ ਪਹਿਲੀ ਕੈਟਾਗਰੀ ਸੀਗੀ ਜਰਨਲ ਕੈਟਾਗਰੀ। ਜਰਨਲ ਕੈਟਾਗਰੀ ਦੇ ਵਿੱਚ ਹੁਣ ਮੈਂ ਇਹਦੇ ਵਿੱਚ ਤੁਹਾਡੇ ਲਈ ਇੱਕ ਸ਼ੀਟ ਬਣਾਈ ਆ ਜਿਹਦੇ ਵਿੱਚ ਕਿ ਕੈਟਾਗਰੀ ਲਿਖੀ ਆ, ਕਿੰਨੀਆਂ ਪੋਸਟਾਂ ਸੀ, ਉਹਦੇ ਵਿੱਚ ਉਹ ਕਿੰਨੀਆਂ ਪੋਸਟਾਂ ਵੂਮੈਨਸ ਲਈ ਰਿਜ਼ਰਵ ਸੀ, ਜਿਹੜੀਆਂ ਬਾਕੀ ਬਚ ਜਾਂਦੀਆਂ ਹੁੰਦੀਆਂ ਮੈਨ ਜਾਂ ਵੂਮੈਨਸ ਲਈ, ਠੀਕ ਆ, ਉਹ ਵਾਲੀਆਂ ਪੋਸਟਾਂ ਕਿੰਨੀਆਂ ਰਹਿ ਗਈਆਂ ਸੀ। ਟੋਟਲ ਮੇਲ ਤੇ ਫੀਮੇਲ ਕੈਂਡੀਡੇਟ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਿੰਨੇ ਬੁਲਾਏ ਆ ਉਹਨਾਂ ਪੋਸਟਾਂ 'ਚੋਂ, ਤੇ ਨੰਬਰ ਆਫ ਮੈਨ ਜਿਹੜੇ ਕਿ ਮੇਲ ਕੈਂਡੀਡੇਟ ਨੇ, ਮੇਲ ਕੈਂਡੀਡੇਟ ਕਿੰਨੇ ਬੁਲਾਏ ਨੇ, ਟੋਟਲ ਨੰਬਰ ਆਫ ਕੈਂਡੀਡੇਟ ਤੇ ਉਹਨਾਂ ਦਾ ਲਾਸਟ ਸਕੋਰ, ਮਤਲਬ ਡਾਕੂਮੈਂਟ ਵੈਰੀਫਿਕੇਸ਼ਨ ਲਈ ਉਹਨਾਂ ਨੇ ਕਿੰਨੇ ਨੰਬਰ ਤੱਕ ਦੇ ਕੈਂਡੀਡੇਟ ਨੂੰ ਬੁਲਾਇਆ ਵਾ। ਸੋ ਇਹ ਸਾਰੀਆਂ ਦੀਆਂ ਸਾਰੀਆਂ 17 ਦੀਆਂ 17 ਕੈਟਾਗਰੀਆਂ ਦੀਆਂ ਜੋ ਵੀ ਪੋਸਟਾਂ ਵਾਈਜ਼ ਆਪਾਂ ਸਾਰਾ ਤੁਹਾਨੂੰ ਦੱਸਾਂਗੇ। ਫੀਮੇਲ ਦੀਆਂ ਜਿੱਦਾਂ ਕਿ ਫੀਮੇਲ ਦੀਆਂ ਕਿੰਨੇ ਕੁ ਫੀਮੇਲ ਕੈਂਡੀਡੇਟਸ ਨੂੰ ਬੁਲਾਇਆ ਵਾ ਤੇ ਨਾਲ ਉਹਨਾਂ ਦਾ ਸਕੋਰ ਵੀ ਕੀ ਆ, ਇਹ ਵੀ ਆਪਾਂ ਦੇਖਾਂਗੇ। ਦੇਖੋ ਜੀ, ਹੁਣ ਪਹਿਲਾਂ ਆਪਾਂ ਜਰਨਲ ਕੈਟਾਗਰੀ ਦੇਖਣ ਲੱਗੇ ਆ। ਇਹਦੀਆਂ ਟੋਟਲ 549 ਵੈਸੇ ਟੋਟਲ ਪੋਸਟ ਸੀਗੀਆਂ ਇਹਦੀਆਂ ਪੂਰੀਆਂ ਕਲਰਕ ਦੀਆਂ, ਠੀਕ ਆ। PSPCL ਕਲਰਕ 2021 ਦੀਆਂ 549 ਟੋਟਲ ਪੋਸਟਾਂ ਸੀਗੀਆਂ, 549 ਪੋਸਟਾਂ ਸੀਗੀਆਂ। ਹੁਣ ਇਹਦੇ ਵਿੱਚ ਜਿਹਨੂੰ ਕਿ ਜਰਨਲ ਤੇ ਅਨਰਿਜ਼ਰਵ ਕੈਟਾਗਰੀ ਵੀ ਆਪਾਂ ਕਹਿ ਦਿੰਦੇ ਆ, ਠੀਕ ਆ, ਜਿਹਦੇ ਵਿੱਚ ਕਿ ਦੂਸਰੀਆਂ ਕੈਟਾਗਰੀਜ਼ ਵੀ ਫਾਲ ਕਰਦੀਆਂ, ਜਿੱਦਾਂ BC ਹੋ ਗਿਆ, SC MZ ਹੋ ਗਿਆ, ਜਾਂ ਬਾਕੀ ਜੋ ਵੀ ਕੈਟਾਗਰੀ ਜਿਨ੍ਹਾਂ ਦੀ ਵੀ ਰਿਜ਼ਰਵੇਸ਼ਨ ਇਸ ਅਕੋਰਡਿੰਗ ਹੁੰਦੀ ਆ, ਉਹ ਕੈਂਡੀਡੇਟ ਵੀ ਇਹਦੇ ਵਿੱਚ ਫਾਲ ਕਰਦੇ ਹੁੰਦੇ ਨੇ। ਹੁਣ ਦੇਖੋ ਜੀ, 214 ਪੋਸਟਾਂ ਟੋਟਲ ਇਹਨਾਂ ਨੇ ਰੱਖੀਆਂ ਸੀ ਇਹ, ਜਿਹਦੇ ਵਿੱਚ ਕੋਈ 154 ਪੋਸਟਾਂ ਆਪਾਂ ਮੇਲ ਫੀਮੇਲ ਦੋਨਾਂ ਦੀਆਂ ਕਹਿ ਸਕਦੇ ਹਾਂ, ਪਰ ਜਿਹਦੇ ਵਿੱਚੋਂ ਕੋਈ 60 ਪੂਰੀ ਤਰ੍ਹਾਂ 100% ਜਿਹੜੀਆਂ 60 ਨੇ, 60 ਸੀਟਾਂ ਨੇ, 60 ਸੀਟਾਂ ਵੂਮੈਨਸ ਲਈ ਰਿਜ਼ਰਵ ਹੁੰਦੀਆਂ ਨੇ, ਠੀਕ ਆ, ਇਹਦੇ ਵਿੱਚ ਬਣਦੀਆਂ ਨੇ। ਸੋ ਟੋਟਲ 214 ਨੇ, 60 ਵੂਮੈਨਸ ਲਈ ਆ, 183 ਇਹਨਾਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ। ਹੁਣ ਤੁਸੀਂ ਗੱਲ ਕਰੋਗੇ ਕਿ ਮੇਲ ਤੇ ਫੀਮੇਲ ਦੇ ਮਿਲਾ ਕੇ ਇਹਨਾਂ ਨੇ ਸਿਰਫ 183 ਕਿਉਂ ਮਿਲਾਏ ਨੇ, ਅੱਗੇ ਮੈਂ ਤੁਹਾਨੂੰ ਦੱਸਦਾ ਕਿਉਂ ਬੁਲਾਏ ਨੇ। ਹੁਣ ਇਹਦੇ ਵਿੱਚੋਂ ਵੀ ਇਹਨਾਂ ਨੇ ਜਿਹੜੇ ਨੰਬਰ ਆਫ ਮੇਨ ਜਿਹੜੇ ਮੇਲ ਕੈਂਡੀਡੇਟ ਆ ਉਹ ਕਿੰਨੇ ਬੁਲਾਏ ਨੇ, 129 ਕੈਂਡੀਡੇਟ, 129 ਕੈਂਡੀਡੇਟਸ ਇਹਨਾਂ ਨੇ ਬੁਲਾਏ ਨੇ ਮੇਲ ਡਾਕੂਮੈਂਟ ਵੈਰੀਫਿਕੇਸ਼ਨ ਲਈ, ਸਿਰਫ ਜਰਨਲ ਕੈਟਾਗਰੀ, ਠੀਕ ਹੈ। ਇਹਦੇ ਵਿੱਚ ਮੈਂ ਮਿਕਸ ਕੈਟਾਗਰੀ ਨਹੀਂ ਕਹਿ ਰਿਹਾ ਕਿ ਜਿਹੜੇ ਉੱਪਰ ਫਾਲ ਕਰ ਰਹੇ ਆ ਉਹ ਕੈਟਾਗਰੀ ਵਿੱਚ ਨਹੀਂ, ਸਿਰਫ ਜਰਨਲ ਕੈਟਾਗਰੀ ਨੂੰ ਜਿਹੜੇ ਬਿਲੋਂਗ ਕਰਦੇ ਆ। 129 ਕੈਂਡੀਡੇਟ ਆ, ਫੀਮੇਲ 54 ਕੈਂਡੀਡੇਟਸ ਨੂੰ ਬੁਲਾਇਆ, ਮੇਲ 67.424 ਨੰਬਰ ਕੈਂਡੀਡੇਟ ਤੱਕ ਲਾਸਟ ਕੈਂਡੀਡੇਟ ਨੂੰ ਬੁਲਾਇਆ ਵਾ ਨੰਬਰ ਤੱਕ, ਤੇ ਫੀਮੇਲ ਦੀ 68.182 ਨੰਬਰ ਤੱਕ ਲਾਸਟ ਫੀਮੇਲ ਕੈਂਡੀਡੇਟ ਨੂੰ ਬੁਲਾਇਆ ਵਾ। ਸੋ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਵੈਸੇ ਉਹਨਾਂ ਨੇ ਲਿਖਿਆ ਕਿ 25% ਕੈਂਡੀਡੇਟਸ ਨੂੰ ਬੁਲਾਇਆ। ਸੋ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਤਾਂ 214 ਪੋਸਟਾਂ ਨੇ, ਫਿਰ ਇਹਨਾਂ ਨੇ 183 ਕਿਉਂ ਬੁਲਾਏ ਨੇ, ਘੱਟ ਕਿਉਂ ਬੁਲਾਏ ਨੇ, ਕਿਉਂਕਿ BC ਕੈਟਾਗਰੀ ਦੇ ਕੈਂਡੀਡੇਟ, SC ਕੈਟਾਗਰੀ ਦੇ ਕੈਂਡੀਡੇਟ ਜਿਹੜੇ ਹੋਣਗੇ ਉਹ ਇਹਦੇ ਵਿੱਚ ਉੱਪਰ ਫਾਲ ਕਰ ਰਹੇ ਹੋਣਗੇ ਜਿੰਨੇ ਵੀ ਕੈਂਡੀਡੇਟ, ਤਾਂ ਕਰਕੇ ਇਹਨਾਂ ਨੇ ਘੱਟ ਕੈਂਡੀਡੇਟ ਬੁਲਾਏ ਨੇ। ਸੋ ਜ਼ਿਆਦਾਤਰ ਤੁਸੀਂ ਦੇਖੋਗੇ ਕਿ ਉਸ ਤੋਂ ਬਾਅਦ ਸਮੀਕਰਨ ਥੋੜੇ ਜਿਹੇ ਬਦਲਣਗੇ। ਅਜੇ ਆਪਾਂ ਡਾਕੂਮੈਂਟ ਵੈਰੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਕਿ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੈਟਾਗਰੀ ਵਾਈਜ਼ ਇਹਨਾਂ ਨੇ ਕਿੰਨੇ ਗੁਣਾ ਕੈਂਡੀਡੇਟ ਨੂੰ ਕਿੰਨਿਆਂ ਨੂੰ ਬੁਲਾਇਆ ਵਾ, ਠੀਕ ਆ। ਸੋ 214 ਚ ਮੈਂ ਤੁਹਾਨੂੰ ਦੱਸਦਾ ਕਿ 183 ਬੁਲਾਏ ਨੇ ਉਹਨਾਂ ਨੇ, ਇਹ ਸੀਗੀ ਜਰਨਲ ਕੈਟਾਗਰੀ ਦੀ, ਠੀਕ ਆ। ਹੁਣ ਦੇਖੋ ਜੀ, BC ਕੈਟਾਗਰੀ ਨੂੰ ਇਹਨਾਂ ਨੇ ਕਿਸ ਹਿਸਾਬ ਨਾਲ ਬੁਲਾਇਆ। ਜਿਹੜੇ BC ਓਨਲੀ ਕੈਟਾਗਰੀ ਆ ਇਹਦੇ ਵਿੱਚ 55 ਸੀਟਾਂ ਸੀਗੀਆਂ ਟੋਟਲ, ਠੀਕ ਆ, ਟੋਟਲ ਸੀਟਾਂ, ਜਿਹਦੇ ਚੋਂ ਕਿ 22 ਸੀਟਾਂ ਵੂਮੈਨਸ ਲਈ ਰਿਜ਼ਰਵ ਸੀ, ਜੋ ਬਾਕੀ ਬਚੀਆਂ ਤਾਂ 33 ਸੀਟਾਂ ਬਾਕੀ ਮੇਲ ਫੀਮੇਲ ਲਈ ਰਿਜ਼ਰਵ ਰਹਿ ਗਈਆਂ, ਠੀਕ ਆ। ਨੈਕਸਟ ਆਪਾਂ ਗੱਲ ਕਰੀਏ ਤਾਂ 98 ਸੀਟਾਂ, ਠੀਕ ਆ, 98 ਕੈਂਡੀਡੇਟ ਨੂੰ ਇਹਨਾਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ, ਮਤਲਬ 55 ਟੋਟਲ ਸੀ, 98 ਇਹਨਾਂ ਨੇ ਬੁਲਾ ਲਏ। ਕਿਉਂਕਿ ਹੁਣ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਥੋੜਾ ਜਿਹਾ ਵੱਧ ਕਿਉਂ ਬੁਲਾਏ ਨੇ, ਕਿਉਂਕਿ ਥੋੜਾ ਜਿਹਾ ਵੱਧ, ਇੱਕ ਤਾਂ 25% ਤਾਂ ਇਹਨਾਂ ਨੇ ਵੈਸੇ ਹੀ ਵੱਧ ਬੁਲਾ ਲਏ ਹੋਏ ਨੇ,
ਜੇ ਥੋੜੇ ਜਿਹਾ ਵੱਧ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇਹਨਾਂ ਦੇ ਕੁਝ ਕੈਂਡੀਡੇਟ ਤੁਸੀਂ ਦੇਖੋਗੇ ਕਿ ਇਹ ਵਾਲੀ ਅਨਰਿਜ਼ਰਵ ਕੈਟਾਗਰੀ 'ਚ ਫਾਲ ਕਰਨਗੇ। ਜਦੋਂ ਆਖਰ ਤੇ ਫਾਈਨਲ ਮੈਰਿਟ ਲਿਸਟ ਆਊਗੀ ਉਹਦੇ ਵਿੱਚ ਉਹ ਲਿਖਣਗੇ ਕਿ ਕਿਹੜੀ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਕੰਸੀਡਰ ਕੀਤਾ ਗਿਆ ਵਾ, ਠੀਕ ਆ। ਸੋ ਮੇਲ ਦੀ 65 ਕੈਂਡੀਡੇਟ ਮੇਲ ਬੁਲਾਏ ਨੇ ਤੇ ਸਕੋਰ ਇਹਨਾਂ ਦਾ 62.121 ਨੰਬਰ ਤੱਕ ਦੇ ਲਾਸਟ ਕੈਂਡੀਡੇਟ ਨੂੰ ਬੁਲਾਇਆ। ਫੀਮੇਲ 33, ਠੀਕ ਹੈ ਜੀ, 33 ਫੀਮੇਲਸ ਕੈਂਡੀਡੇਟਸ ਨੂੰ ਬੁਲਾਇਆ ਵਾ, ਠੀਕ ਹੈ, 98 ਦੇ ਵਿੱਚੋਂ। ਸੋ 33 ਦਾ ਜੋ ਸਕੋਰ ਕਾਰਡ ਹੈ ਉਹ 59.343 59.343 ਨੰਬਰ ਤੱਕ ਫੀਮੇਲ ਕੈਂਡੀਡੇਟਸ ਨੂੰ ਬੁਲਾਇਆ ਵਾ ਇਹਨਾਂ ਨੇ। ਅੱਗੇ ਦੇਖਾਂਗੇ ਜੀ। ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਇਹਨਾਂ ਨੇ ਲਿਸਟ ਤਿਆਰ ਕੀਤੀ ਆ, ਠੀਕ ਆ। ਹੁਣ ਜਰਨਲ EWS ਇਹ ਤੁਸੀਂ ਦੇਖੋਗੇ ਕਿ ਇਹ ਪੂਰੀ ਦੀ ਪੂਰੀ 25% ਇਹਨਾਂ ਨੇ ਬੁਲਾਇਆ, ਕਿਉਂਕਿ ਕਾਰਨ ਪਤਾ ਕੀ ਹੁੰਦਾ। ਹੁਣ ਇਹਦੇ ਵਿੱਚ ਵੀ 55 ਸੀਟਾਂ ਸੀ, ਇਹਦੇ ਵਿੱਚ ਇਹਨਾਂ ਨੇ 98 ਕੈਂਡੀਡੇਟਸ ਨੂੰ ਬੁਲਾਇਆ ਵਾ। ਵੱਧ ਤਾਂ ਬੁਲਾਇਆ ਕਿਉਂਕਿ ਇਹਦੇ ਵਿੱਚ ਕੁਝ ਕੈਂਡੀਡੇਟ ਉੱਪਰ ਬੁਲਾਉਣਗੇ, ਉੱਪਰ ਮੂਵ ਹੋਣਗੇ। ਤੁਸੀਂ ਆਹ ਦੇਖਿਆ ਨਾ 183 ਇਹਨਾਂ ਨੇ 214 ਪੋਸਟਾਂ ਸੀ, ਇੱਥੇ ਇਹਨਾਂ ਨੇ ਸਿਰਫ 183 ਹੀ ਬੁਲਾਏ ਆ। ਸੋ ਤੁਸੀਂ ਦੇਖੋਗੇ ਕਿ ਤਾਂ ਕਰਕੇ ਇਹਨਾਂ ਨੇ ਇਹਦੇ ਵਿੱਚ 98 ਬੁਲਾਏ ਹੋਏ ਨੇ, ਕਿਉਂਕਿ ਥੋੜੇ ਜਿਹੇ ਕੈਂਡੀਡੇਟ ਉੱਪਰ ਆਪਣੇ ਮੂਵ ਹੋਣਗੇ, ਠੀਕ ਆ। ਸੋ ਤੁਸੀਂ ਦੇਖੋ ਹੁਣ EWS ਤੋਂ ਹੁਣ ਤੁਹਾਨੂੰ ਪੂਰਾ ਅੰਦਾਜ਼ਾ ਹੋ ਜਾਊਗਾ। 55 ਸੀਟਾਂ ਸੀ, ਜਿਹਦੇ ਵਿੱਚ ਕੋਈ 18 ਵੂਮੈਨਸ ਦੀਆਂ, 37 ਮੇਲ ਦੀਆਂ ਲਾ ਲਓ। ਤੇ ਉਹਦੇ ਵਿੱਚ ਤੁਸੀਂ ਅੱਗੇ ਦੇਖੋ ਕਿ 69 ਕੈਂਡੀਡੇਟ ਨੇ ਜਿਹੜੇ ਟੋਟਲ ਮੇਲ ਤੇ ਫੀਮੇਲ ਕੈਂਡੀਡੇਟ, ਇਹਨਾਂ ਨੂੰ DV ਲਈ ਬੁਲਾਇਆ। 55 ਦਾ ਜੇ ਤੁਸੀਂ 25% ਕਰੋਗੇ ਤਾਂ ਅਪਰੋਕਸੀਮੇਟ ਤੁਹਾਡਾ 69 ਦੇ ਨੇੜੇ ਤੇੜੇ ਹੀ ਬਣਦਾ ਵਾ, ਠੀਕ ਆ। ਸੋ ਇਹਦੇ ਵਿੱਚ ਇਹਨਾਂ ਨੇ 25% ਕੈਂਡੀਡੇਟ ਵੱਧ ਬੁਲਾਏ ਨੇ। ਮੇਲ 46 ਕੈਂਡੀਡੇਟ ਬੁਲਾਏ ਨੇ ਤੇ ਫੀਮੇਲ ਬੁਲਾਈਆਂ ਨੇ 23 ਕੈਂਡੀਡੇਟਸ, ਠੀਕ ਆ। ਤਾਂ 65.152 ਸਕੋਰ ਰਿਹਾ ਵਾ ਇਹਨਾਂ ਦਾ ਜਰਨਲ EWS ਮੇਲ ਦਾ, ਠੀਕ ਆ, ਜਿਹਨੂੰ ਲਾਸਟ ਨੂੰ ਬੁਲਾਇਆ ਵਾ। ਤੇ ਫੀਮੇਲ ਦਾ ਰਿਹਾ ਵਾ 62.879, ਠੀਕ ਆ ਜੀ। ਸੋ ਇਹ ਫੀਮੇਲ ਦਾ ਰਿਹਾ ਵਾ। ਸੋ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਹਦੇ ਕੈਟਾਗਰੀ ਦੇ ਕੈਂਡੀਡੇਟ, ਇੱਕ ਗੱਲ ਯਾਦ ਰੱਖਿਓ, ਇਹ 10% ਕੋਟਾ ਹੁੰਦਾ ਵਾ, ਠੀਕ ਆ। ਟੋਟਲ 549 ਚੋਂ 10% ਕੋਟਾ 55 ਇਹਨਾਂ ਨੇ ਦਿੱਤਾ ਹੋਇਆ ਵਾ। ਸੋ 55 ਦੇ ਵਿੱਚੋਂ ਇੱਕ ਵੀ ਕੈਂਡੀਡੇਟ ਉੱਪਰ ਜਰਨਲ EWS ਦੇ ਜਰਨਲ ਅਨਰਿਜ਼ਰਵ ਦੇ ਵਿੱਚ ਮੂਵ ਨਹੀਂ ਹੋਏਗਾ, ਠੀਕ ਆ। ਇਹ 10% ਤੇ ਹੀ ਕੋਟਾ ਸੀਮਤ ਹੁੰਦਾ ਵਾ। ਬਟ ਜਿਹੜੇ SC MZ ਦੇਖੋਗੇ, ਅਦਰਸ ਦੇਖੋਗੇ ਜਾਂ BC ਕੈਂਡੀਡੇਟ, ਇਹ ਕੈਂਡੀਡੇਟ ਉੱਪਰ ਅਨਰਿਜ਼ਰਵ ਦੇ ਵਿੱਚ ਫਾਲ ਕਰਨਗੇ ਜਿਹੜੇ ਉੱਪਰਲੀ ਮੈਰਿਟ ਦੇ ਵਿੱਚ ਹੋਣਗੇ, ਠੀਕ ਆ। ਨਾ ਰੈਂਕ ਵਾਈਜ਼ ਵੀ ਇਹਨੂੰ ਉੱਪਰ ਦੇਖ ਸਕਦੇ ਹੋ ਕਿ ਮੇਰਾ ਰੈਂਕ ਕਿੰਨਾ ਬਣ ਰਿਹਾ ਤੇ ਕਿੰਨੇ ਨੰਬਰ ਇਸ ਟਾਈਮ ਮੇਰਾ ਰੈਂਕ ਬਣ ਰਿਹਾ ਵਾ, ਠੀਕ ਆ। ਸੋ ਉਹ ਆਪਾਂ ਐਕਸਲ ਸ਼ੀਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਵੈਸੇ ਵੀ ਜੋ ਬੋਰਡ ਦੀ ਵੈਬਸਾਈਟ ਤੇ ਸਾਈਟ ਦੇ ਉੱਤੇ ਪਈ ਆ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਰੈਂਕ ਵਾਈਜ਼ ਮੈਂ ਕਿੱਥੇ ਫਾਲ ਕਰਦਾ। ਹੁਣ ਆਪਣਾ EWS ਵੀ ਹੋ ਗਿਆ ਕਿ 65.152 ਮੇਲ ਨੂੰ ਬੁਲਾਇਆ ਵਾ ਤੇ 62.879 ਜਿਹੜੇ ਨੰਬਰ ਨੇ, ਠੀਕ ਆ, ਫੀਮੇਲ ਕੈਂਡੀਡੇਟਸ ਨੂੰ ਬੁਲਾਇਆ ਵਾ। ਤਾਂ ਵੂਮਨ ਬੁਲਾਇਆ ਵਾ, ਠੀਕ ਆ ਜੀ। 1 ਮਿੰਟ ਦੇਣਾ ਜੀ ਬਸ। ਹਾਂਜੀ, ਵੂਮੈਨਸ ਦੀਆਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਵੂਮੈਨਸ ਦੀਆਂ ਇਹਦੇ ਵਿੱਚ 23 ਕੈਂਡੀਡੇਟਸ ਵੂਮੈਨਸ ਨੂੰ ਬੁਲਾਇਆ ਤੇ 46 ਕੈਂਡੀਡੇਟਸ ਇਹਨਾਂ ਨੇ ਉਹ ਬੁਲਾਇਆ ਵਾ ਮੇਲ ਨੂੰ। ਤਾਂ ਟੋਟਲ 69 ਕੈਂਡੀਡੇਟ ਬੁਲਾਏ ਨੇ। EWS ਵੀ ਹੋ ਗਿਆ। SC MZ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ SC MZ ਦੇ ਵਿੱਚ ਤੁਸੀਂ ਦੇਖੋਗੇ ਕਿ 55 ਕੈਂਡੀਡੇਟ, ਟੋਟਲ 55 ਸੀਟਾਂ ਸੀ। ਟੋਟਲ ਨੰਬਰ ਆਫ ਸੀਟਸ ਮੈਂ ਤੁਹਾਨੂੰ ਥੋੜਾ ਥੱਲੇ ਕਰਕੇ ਦਿਖਾ ਦਿੰਦਾ, ਠੀਕ ਆ। ਸੋ ਟੋਟਲ SC MZ ਵਿੱਚ ਟੋਟਲ ਪੋਸਟਾਂ ਸੀਗੀਆਂ 55, ਜਿਹਦੇ ਵਿੱਚੋਂ ਕਿ ਆਪਣੀਆਂ 21 ਸੀਟਾਂ ਵੂਮੈਨਸ ਲਈ ਰਿਜ਼ਰਵ ਨੇ ਤੇ ਬਾਕੀ ਬਚੀਆਂ 34 ਸੀਟਾਂ ਮੇਲ ਫੀਮੇਲ ਲਈ ਹੋ ਗਈਆਂ, ਠੀਕ ਆ। ਨੈਕਸਟ, ਟੋਟਲ ਮੇਲ ਤੇ ਫੀਮੇਲ ਕੈਂਡੀਡੇਟ ਜਿਹੜੇ ਬੁਲਾਏ ਨੇ ਡਾਕੂਮੈਂਟ ਵੈਰੀਫਿਕੇਸ਼ਨ ਲਈ। ਡਾਕੂਮੈਂਟ ਵੈਰੀਫਿਕੇਸ਼ਨ ਕਰਨ ਲਈ 79 ਕੈਂਡੀਡੇਟਸ ਨੂੰ ਬੁਲਾਇਆ ਵਾ। 55 ਚੋਂ 79। ਹੁਣ ਤੁਸੀਂ ਦੇਖੋਗੇ ਇਹ 25% ਤੋਂ ਥੋੜਾ ਜਿਹਾ ਵੱਧ ਤਾਂ ਆ ਰਿਹਾ ਕਿਉਂਕਿ ਇਹਦੇ ਵਿੱਚ 5-4 ਕੈਂਡੀਡੇਟ ਉੱਪਰ ਮੂਵ ਕਰ ਰਹੇ ਹੋਣਗੇ ਜਰਨਲ ਅਨਰਿਜ਼ਰਵ ਦੇ ਵਿੱਚ। ਮੇਲ ਬੁਲਾਏ ਨੇ ਜੀ 52 ਕੈਂਡੀਡੇਟ ਮੇਲ ਬੁਲਾਏ ਨੇ ਤੇ ਇਹ ਤੁਸੀਂ ਆਪਦਾ ਦੇਖ ਸਕਦੇ ਹੋ ਕਿ ਇੰਨੇ ਕੈਂਡੀਡੇਟਸ ਨੂੰ ਬੁਲਾਇਆ ਗਿਆ। ਨੈਕਸਟ ਆ ਗਏ SC ਅਦਰਸ। SC ਅਦਰਸ ਦੀਆਂ ਟੋਟਲ ਸੀਟਾਂ ਹੈਗੀਆਂ ਨੇ ਜੀ 55। 32 ਕੈਂਡੀਡੇਟ ਅਗਰ ਆਪਾਂ ਗੱਲ ਕਰੀਏ ਤਾਂ 32 ਬਚਦੀਆਂ ਮੇਲ ਫੀਮੇਲ ਦੀਆਂ ਤੇ ਜੋ 55 ਚੋਂ 23 ਸਿਰਫ ਵੂਮੈਨਸ ਲਈ ਰਿਜ਼ਰਵ ਆ, ਠੀਕ ਆ ਜੀ। ਸਿਰਫ ਵੂਮੈਨਸ ਲਈ 83 ਕੈਂਡੀਡੇਟ ਟੋਟਲ ਬੁਲਾਏ ਆ SC ਅਦਰਸ ਦੇ, ਠੀਕ ਆ। 55 ਚੋਂ 83 ਕਿਉਂਕਿ ਇਹਦੇ ਵਿੱਚੋਂ ਕੁਝ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਕਿ ਉੱਪਰ ਅਨਰਿਜ਼ਰਵ ਦੇ ਵਿੱਚ ਮੂਵ ਕਰਨਗੇ। ਤੇ ਨੈਕਸਟ ਆਪਾਂ ਗੱਲ ਕਰੀਏ ਤੇ 55 ਕੈਂਡੀਡੇਟ ਜਿਹੜੇ 55 ਇਸ ਟਾਈਮ ਤੁਸੀਂ ਦੇਖੋਗੇ ਕਿ SC ਅਦਰ ਦੇ ਵਿੱਚ ਮੇਲ ਦੇ 54 ਕੈਂਡੀਡੇਟ ਬੁਲਾਏ ਨੇ, ਠੀਕ ਆ ਜੀ। ਤਾਂ ਸਕੋਰ ਇਹਨਾਂ ਦਾ ਰਿਹਾ ਵਾ ਜਿਹੜਾ ਮੇਲ ਦਾ 59.091 ਤੇ ਫੀਮੇਲ ਦੇ 29 ਕੈਂਡੀਡੇਟ ਨੂੰ ਬੁਲਾਇਆ ਗਿਆ ਵਾ ਵੂਮੈਨਸ ਕੈਂਡੀਡੇਟਸ ਨੂੰ ਤੇ ਆਪਣੀਆਂ ਸਕੋਰ ਇਹਨਾਂ ਦਾ ਰਿਹਾ ਵਾ 47.474 47.474 ਇਹਨਾਂ ਦਾ ਲਾਸਟ ਸਕੋਰ ਰਿਹਾ ਵਾ। ਸੋ ਤੁਸੀਂ ਦੇਖ ਸਕਦੇ ਹੋ, ਠੀਕ ਆ, ਲਿਸਟ ਦੇ ਵਿੱਚ। ਨੈਕਸਟ ਕੈਂਡੀਡੇਟ ਆ ਗਏ ਜੀ ਐਕਸ ਸਰਵਿਸਮੈਨ ਜਰਨਲ ਕੈਟਾਗਰੀ ਦੇ ਐਕਸ ਸਰਵਿਸਮੈਨ ਸੈਲਫ ਤੇ ਡਿਪੈਂਡੈਂਟ ਕੈਂਡੀਡੇਟ ਦੇ ਵਿੱਚ 38 ਟੋਟਲ ਪੋਸਟਾਂ ਸੀਗੀਆਂ, ਜਿਹਦੇ ਵਿੱਚ ਕੋਈ 16 ਪੋਸਟਾਂ ਮੇਲ ਦੀਆਂ ਸੀ ਤੇ 22 ਪੋਸਟਾਂ ਫੀਮੇਲ ਦੀਆਂ ਸੀਗੀਆਂ। 48 ਕੈਂਡੀਡੇਟ ਇਹਨਾਂ ਨੇ ਟੋਟਲ ਬੁਲਾਏ ਨੇ, ਠੀਕ ਆ। ਟੋਟਲ 48 ਕੈਂਡੀਡੇਟਸ ਨੂੰ DV ਲਈ ਇਹਨਾਂ ਨੇ ਬੁਲਾਇਆ ਵਾ। ਤੇ ਜਿਹੜੇ ਸੈਲਫ ਦੀ ਗੱਲ ਕਰੀਏ, ਜਿਹੜੇ ਐਕਸ ਸਰਵਿਸਮੈਨ ਸੈਲਫ ਖੁਦ ਹੁੰਦੇ ਨੇ ਮੇਲ ਕੈਂਡੀਡੇਟ, ਇਹਨਾਂ ਨੂੰ 20 ਨੂੰ ਬੁਲਾਇਆ ਗਿਆ ਵਾ ਡਾਕੂਮੈਂਟ ਵੈਰੀਫਿਕੇਸ਼ਨ ਲਈ। ਤਾਂ ਇਹਨਾਂ ਦਾ ਸਕੋਰ ਬਣਦਾ ਪਿਆ ਜੀ 42.929
ਤੇ ਫੀਮੇਲ ਕੈਟਾਗਰੀ ਦੀ ਆਪਾਂ ਗੱਲ ਕਰੀਏ ਤਾਂ 28 ਕੈਂਡੀਡੇਟ 28 ਕੈਂਡੀਡੇਟ ਵੂਮਨਸ ਨੂੰ ਬੁਲਾਇਆ ਜਿਹੜੀਆਂ ਕਿ ਡਿਪੈਂਡੈਂਟ ਨੇ, ਠੀਕ ਆ। ਜੋ ਐਕਸ ਸਰਵਿਸਮੈਨ ਡਿਪੈਂਡੈਂਟ ਦੇ ਵਿੱਚ ਆਉਂਦਾ ਵਾ ਉਹਦੇ ਵਿੱਚ ਫੀਮੇਲਸ ਨੂੰ 28 ਬੁਲਾਇਆ, ਕਿਉਂਕਿ ਇਹਨਾਂ ਦਾ ਵੂਮਨਸ ਦੀਆਂ 22 ਸੀਟਸ ਨੇ, ਠੀਕ ਆ। ਸੋ ਸਕੋਰ ਦੇਖੋਗੇ ਕਿ ਤੁਸੀਂ 35.354 35.354 ਇਹਨਾਂ ਨੂੰ ਬੁਲਾਇਆ ਵਾ। ਸੋ ਸ਼ਾਇਦ ਹੋ ਸਕਦਾ ਵਾ ਕਿ ਇਹ 35 ਇਹਨਾਂ ਦੀ ਕੱਟ ਆਫ ਲਾਸਟ ਹੋਵੇ ਅਤੇ 35 ਇਹਨਾਂ ਦੇ ਮਿਨੀਮਮ ਮਾਰਕਸ ਸਾਰੇ ਕੈਂਡੀਡੇਟਸ ਨੂੰ ਬੁਲਾ ਲਿਆ ਵਾ, ਠੀਕ ਆ। ਬਟ ਐਕਸ ਸਰਵਿਸਮੈਨ ਸੈਲਫ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ 20 ਕੈਂਡੀਡੇਟਸ ਨੂੰ ਹੀ ਬੁਲਾਇਆ ਗਿਆ ਵਾ, ਠੀਕ ਆ। ਸੋ ਪੂਰੇ ਕੈਂਡੀਡੇਟ ਹੀ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਵਿੱਚ ਬੁਲਾਏ ਹੋਏ ਨੇ। ਇਹਨਾਂ ਨੇ ਜ਼ਿਆਦਾ ਵੱਧ ਨਹੀਂ ਬੁਲਾਏ ਹੋਏ, ਥੋੜੇ ਬਹੁਤ ਜਿੱਦਾਂ ਕਿ ਇਹਨਾਂ ਨੇ 25% ਲਿਖਿਆ ਹੋਇਆ ਉਨੇ ਕੁ ਹੀ ਵੱਧ ਬੁਲਾਏ ਹੋਏ ਨੇ, ਠੀਕ ਆ। ਸੋ ਇਹਨਾਂ ਸਾਰਿਆਂ ਦੀਆਂ ਲਿਸਟਾਂ ਤੁਸੀਂ ਦੇਖੋਗੇ ਕਿ ਇਸ ਅਕੋਰਡਿੰਗ ਦੁਬਾਰਾ ਆਉਣਗੀਆਂ ਲਿਸਟਾਂ। 101% ਇਹਦੀ ਵੇਟਿੰਗ ਲਿਸਟ ਆਊਗੀ, ਕਿਉਂਕਿ ਲਾਸਟ ਟਾਈਮ ਜਦੋਂ 2019 ਦੇ ਵਿੱਚ ਇਹਦੀ ਭਰਤੀ ਹੋਈ ਸੀ 2018-19 ਚ, ਇਹਦੀਆਂ 2021-22 ਤੱਕ ਇਹਦੀਆਂ ਲਿਸਟਾਂ ਅਜੇ ਤੱਕ ਵੀ ਆਉਂਦੀਆਂ ਰਹੀਆਂ ਨੇ, ਜਿਹੜੀਆਂ ਕੈਟਾਗਰੀ ਦੇ ਮਤਲਬ ਕੈਂਡੀਡੇਟ ਵੇਟਿੰਗ ਲਿਸਟ ਦੇ ਵਿੱਚ ਬਾਰ-ਬਾਰ ਉਹਨਾਂ ਨੇ ਬੁਲਾਉਂਦੇ ਰਹਿੰਦੇ ਨੇ ਜਦ ਤੱਕ ਕਿ ਪੂਰੀਆਂ ਸੀਟਾਂ ਫੁੱਲ ਨਹੀਂ ਹੋ ਜਾਂਦੀਆਂ, ਠੀਕ ਆ। ਸੋ ਇਹ ਤੁਹਾਨੂੰ ਬੈਨੀਫਿਟ ਹੋਊਗਾ ਇਹਦੇ 'ਚ। ਹੁਣ ਫਰੀडम ਫਾਈਟਰ ਦੀ ਆਪਾਂ ਗੱਲ ਕਰ ਲਈਏ। ਫਰੀडम ਫਾਈਟਰਸ ਦੇ ਵਿੱਚ ਇਹਦੇ ਵਿੱਚ ਟੋਟਲ ਆਪਾਂ ਦੇਖਾਂਗੇ ਫਰੀडम ਫਾਈਟਰਸ ਦੇ ਵਿੱਚ 5 ਸੀਟਾਂ ਨੇ, ਜਿਹਦੇ ਵਿੱਚ ਕਿ 2 ਆਪਣੀਆਂ ਆ ਗਈਆਂ ਮੇਲ ਫੀਮੇਲ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਸੋ ਮੇਲ ਦੀਆਂ ਕਹਿ ਸਕਦੇ ਹੋ ਤੁਸੀਂ ਇਹ, ਤਾਂ 3 ਸੀਟਾਂ ਜਿਹੜੀਆਂ ਨੇ ਉਹ ਫੀਮੇਲਸ ਦੀਆਂ ਆ ਗਈਆਂ, ਠੀਕ ਆ। ਤਾਂ ਟੋਟਲ 7 ਕੈਂਡੀਡੇਟਸ ਨੂੰ ਇਹਨਾਂ ਨੇ ਬੁਲਾਇਆ, ਜਿਹਦੇ ਵਿੱਚ ਕਿ ਡੀਵੀ ਲਈ ਬੁਲਾਇਆ 7 ਨੂੰ, ਤੇ ਜਿਹਦੇ 'ਚ 3 ਮੇਲ ਬੁਲਾਏ ਆ, 4 ਫੀਮੇਲ ਬੁਲਾਏ ਆ। ਸਕੋਰ ਰਿਹਾ ਵਾ 56.061 ਮੇਲ ਦਾ ਤੇ ਸਕੋਰ ਰਿਹਾ ਵਾ 36.869 ਫੀਮੇਲ ਦਾ। ਸੋ ਤੁਸੀਂ ਸਮਝ ਚੁੱਕੇ ਹੋਵੋਗੇ ਵੀ। ਹੁਣ ਨੈਕਸਟ ਆ ਗਿਆ ਜੀ ਸਪੋਰਟਸ ਜਰਨਲ ਕੈਟਾਗਰੀ। ਜਰਨਲ ਕੈਟਾਗਰੀ ਦੀ ਸਪੋਰਟਸ ਦੀ ਆਪਾਂ ਗੱਲ ਕਰੀਏ ਤਾਂ 12 ਕੈਂਡੀਡੇਟ, ਟੋਟਲ 12 ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ। ਤੇ ਇਹਨਾਂ 12 ਟੋਟਲ ਪੋਸਟਾਂ ਨੇ, ਜਿੱਦਾਂ ਕਿ ਇਹਦੇ ਵਿੱਚ ਆਪਣੀਆਂ ਫਰੀडम ਫਾਈਟਰਸ ਦੀਆਂ 5 ਪੋਸਟਾਂ ਸੀਗੀਆਂ ਟੋਟਲ, ਇਹਦੇ ਵਿੱਚ 12 ਪੋਸਟਾਂ ਟੋਟਲ ਪੋਸਟਾਂ ਨੇ, ਜਿਹਦੇ ਵਿੱਚ ਕਿ 6 ਆਪਣੀਆਂ ਵੂਮਨਸ ਲਈ ਰਿਜ਼ਰਵ ਆ ਤੇ ਸਪੋਰਟਸ ਜਰਨਲ 'ਚ 6 ਸੀਟਾਂ ਬਾਕੀ ਬਚ ਗਈਆਂ, ਠੀਕ ਆ। ਸੋ ਜਿਹਦੇ ਵਿੱਚ ਕਿ ਟੋਟਲ 33 ਕੈਂਡੀਡੇਟਸ ਨੂੰ 33 ਕੈਂਡੀਡੇਟਸ ਨੂੰ ਡੀਵੀ ਲਈ ਬੁਲਾਇਆ। ਸੋ ਡੀਵੀ ਲਈ ਇਹਨਾਂ ਦੇ ਬਹੁਤ ਸਾਰੇ ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ, ਜਿਹਦੇ ਵਿੱਚ ਕਿ 20 ਮੇਲ, ਜਿਹਦੇ ਵਿੱਚ ਕਿ ਸਕੋਰ ਹੋਊਗਾ 37.869 ਤੇ 13 ਫੀਮੇਲ ਨੂੰ ਬੁਲਾਇਆ ਗਿਆ, ਜਿਨ੍ਹਾਂ ਦਾ ਸਕੋਰ 40.404। ਸੋ ਇਹਨਾਂ ਨੇ ਇਹਦੇ ਜ਼ਿਆਦਾ ਕੈਂਡੀਡੇਟ ਤਾਂ ਬੁਲਾਉਂਦੇ ਹੁੰਦੇ ਨੇ ਕਿਉਂਕਿ ਜਿਹੜੇ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਹੁੰਦੇ ਨੇ ਉਹਦੇ ਵਿੱਚ ਸਮ ਟਾਈਮ ਅੱਗੇ ਜਾ ਕੇ ਥੋੜੀ ਦਿੱਕਤ ਆਉਂਦੀ ਆ ਉਹਨਾਂ ਨੂੰ, ਕਿ ਉਹਨਾਂ ਦੇ ਜਿਹੜੇ ਡਾਕੂਮੈਂਟਸ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਸਪੋਰਟਸ ਕੈਟਾਗਰੀ ਦਾ ਉਹਨਾਂ ਨੂੰ ਡਾਕੂਮੈਂਟ ਚਾਹੀਦਾ ਹੁੰਦਾ, ਉਹਦੇ ਵਿੱਚ ਸਮ ਟਾਈਮ ਦਿੱਕਤ ਹੁੰਦੀ ਆ, ਤਾਂ ਕਰਕੇ ਉਹ ਥੋੜੇ ਜਿਹੇ ਪਹਿਲਾਂ ਹੀ ਇਹਨਾਂ ਨੇ ਜ਼ਿਆਦਾ ਕੈਂਡੀਡੇਟ ਬੁਲਾ ਲਿਆ, ਕਿਉਂਕਿ ਇਹਦੀਆਂ ਜ਼ਿਆਦਾ ਪੋਸਟਾਂ ਹੈ ਵੀ ਹੈ ਨਹੀਂ ਆ, ਠੀਕ ਆ। ਸੋ ਸਪੋਰਟਸ SCOT, ਠੀਕ ਆ, ਅਦਰ ਕੈਟਾਗਰੀ ਦੇ ਜਿਹੜੇ ਸਪੋਰਟਸ ਕੈਂਡੀਡੇਟ ਆ ਉਹਦੇ ਵਿੱਚ 3 ਪੋਸਟਾਂ ਸੀਗੀਆਂ ਜੀ ਟੋਟਲ, ਜਿਹਦੇ ਵਿੱਚ ਕਿ ਤਿੰਨੇ ਹੀ ਮਤਲਬ ਵੂਮਨਸ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਸੀ, ਮੇਲ ਫੀਮੇਲ ਦੋਨਾਂ ਲਈ ਮਿਲਾ ਕੇ 3 ਸੀਟਾਂ ਸੀ। 3 ਕੈਂਡੀਡੇਟਸ ਨੂੰ ਹੀ ਇਹਨਾਂ ਨੇ ਬੁਲਾਇਆ ਵਾ, ਜਿਹਦੇ ਵਿੱਚ ਕਿ ਸ਼ਾਇਦ ਹੋ ਸਕਦਾ ਵਾ ਕਿ ਇਹ 3 ਹੀ ਕੈਂਡੀਡੇਟ ਇਹਦੇ ਵਿੱਚ ਆਪਣੇ ਕੁਆਲੀਫਾਈ ਕੀਤਾ ਹੋਵੇ, ਕਿਉਂਕਿ 3 ਦੇ 3 ਮੇਲ ਹੀ ਕੈਂਡੀਡੇਟ ਨੇ ਜਿਨ੍ਹਾਂ ਦਾ ਸਕੋਰ 36.616 ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਤਿੰਨੇ ਕੈਂਡੀਡੇਟ ਸਿਲੈਕਟ ਹੋਣਗੇ ਅਗਰ ਇਹ ਡੀਵੀ ਦੇ ਵਿੱਚ ਕਲੀਅਰ ਕਰਦੇ ਨੇ। ਸੋ ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਹੁਣ ਸਾਰੇ ਕੈਂਡੀਡੇਟ ਦੀ ਲਿਸਟ ਉਸ ਹਿਸਾਬ ਨਾਲ ਹੋਵੇਗੀ। ਹੁਣ PWD ਤੁਸੀਂ HH ਦੇਖੋ, HH ਕੈਂਡੀਡੇਟ ਜਿਹੜੇ ਨੇ ਇਹਦੇ ਵਿੱਚ 6 ਸੀਟਾਂ ਨੇ ਇਹਨਾਂ ਦੀਆਂ ਟੋਟਲ, ਠੀਕ ਆ ਜੀ। 6 ਸੀਟਾਂ ਦੇ ਵਿੱਚੋਂ 3 ਸੀਟਸ ਆਪਾਂ ਦੇਖਾਂਗੇ ਕਿ ਆਪਣੀਆਂ ਟੋਟਲ ਦੇ ਵਿੱਚੋਂ ਮੇਲ ਫੀਮੇਲ ਦੀਆਂ ਹੋ ਗਈਆਂ ਤੇ 3 ਸੀਟਸ ਸਿਰਫ ਵੂਮਨਸ ਲਈ ਰਿਜ਼ਰਵ ਹੋ ਗਈਆਂ। 4 ਕੈਂਡੀਡੇਟਸ ਨੂੰ ਟੋਟਲ ਡੀਵੀ ਲਈ ਬੁਲਾਇਆ, ਜਿਹਦੇ ਵਿੱਚ ਕਿ ਮੇਲ ਦੇ 2 ਨੇ ਤੇ ਫੀਮੇਲ ਦੀਆਂ 2 ਨੇ। 41.161 ਨੰਬਰ ਮੇਲ ਦੇ ਲਾਸਟ ਨੇ ਤੇ 45.702 ਫੀਮੇਲ ਦੇ ਲਾਸਟ ਨੇ। ਇਸੇ ਤਰ੍ਹਾਂ ਤੁਸੀਂ PWD VH ਕੈਂਡੀਡੇਟ ਵੀ ਦੇਖੋਗੇ, ਇਹਦੇ ਵਿੱਚ ਵੀ 6 ਕੈਂਡੀਡੇਟਸ 6 ਪੋਸਟਾਂ ਸੀਗੀਆਂ ਟੋਟਲ ਪੋਸਟਾਂ 6 ਨੇ, 3 ਆਪਣੀਆਂ ਮੇਲ ਫੀਮੇਲ ਦੀਆਂ ਹੋ ਗਈਆਂ, 3 ਕੱਲੀ ਵੂਮਨਸ ਦੀਆਂ ਹੋ ਗਈਆਂ, ਜਿਹਦੇ ਵਿੱਚ ਕਿ 9 ਸੀਟਾਂ ਤੁਸੀਂ ਦੇਖੋਗੇ ਕਿ ਜਿਹੜੀਆਂ 9 ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ ਡੀਵੀ ਲਈ, ਜਿਹਦੇ ਵਿੱਚ ਕਿ 4 ਮੇਲ ਨੇ 5 ਫੀਮੇਲ ਨੇ। ਸਕੋਰ ਤੁਸੀਂ ਦੇਖ ਸਕਦੇ ਹੋ, ਇਹਨਾਂ ਦਾ 50 ਆ ਤੇ ਇਹਨਾਂ ਦਾ 38.616, ਇੰਨੇ ਨੰਬਰ ਤੱਕ ਬੁਲਾਇਆ ਗਿਆ। ਸੋ ਦੁਬਾਰਾ ਲਿਸਟ ਕੋਈ ਦਿੱਕਤ ਵਾਲੀ ਗੱਲ ਨਹੀਂ, ਵੇਟਿੰਗ ਦੇ ਵਿੱਚ ਹੋਰ ਇੱਕ ਲਿਸਟ ਦਾ ਪੱਕਾ ਆਏਗੀ ਹੀ ਆਏਗੀ, ਠੀਕ ਆ। ਸੋ ਇਹਨਾਂ ਨੇ ਫਿਲਹਾਲ ਸਿਰਫ 25% ਐਕਸਟਰਾ ਕੈਂਡੀਡੇਟ ਹੀ ਬੁਲਾਏ ਨੇ, ਪਰ ਤੁਸੀਂ ਦੇਖੋਗੇ ਇਹਦੇ ਚੋਂ ਬਹੁਤ ਕੈਂਡੀਡੇਟ ਬਾਕੀ ਪੋਸਟਾਂ ਲਈ ਮੂਵ ਹੋਏ ਹੋਣਗੇ। ਸੋ PWD OH ਦੇ ਵਿੱਚ 5 ਪੋਸਟਾਂ ਸੀਗੀਆਂ, ਟੋਟਲ ਪੋਸਟਾਂ 5 ਸੀਗੀਆਂ, 2 ਆਪਣੀਆਂ ਮੇਲ ਫੀਮੇਲ ਦੀਆਂ ਹੋ ਗਈਆਂ, 3 ਪੂਰੀ ਤਰ੍ਹਾਂ ਫੀਮੇਲ ਦੀਆਂ ਰਿਜ਼ਰਵ ਹੋ ਗਈਆਂ, ਠੀਕ ਆ। ਸੋ ਇਹ ਟੋਟਲ 5 ਨੇ। ਸੋ ਇਹਦੇ 'ਚ 7 ਕੈਂਡੀਡੇਟਸ ਨੂੰ ਇਹਨਾਂ ਨੇ ਬੁਲਾਇਆ ਵਾ, ਜਿਹਦੇ ਵਿੱਚ ਕਿ ਮੇਲ 3 ਬੁਲਾਏ ਨੇ, ਫੀਮੇਲ 4 ਬੁਲਾਏ ਨੇ, ਤਾਂ 52.273 ਗਈ ਆ ਇਹਦਾ ਆਪਣਾ ਸਕੋਰ ਰੱਖਿਆ ਇਹਨਾਂ ਨੇ ਲਾਸਟ, ਤੇ ਫੀਮੇਲ ਦਾ 49.747 ਸਕੋਰ ਰੱਖਿਆ। ਨੈਕਸਟ ਦੇਖੋ ਜੀ PWD MIMD ਦੇ ਵਿੱਚ ਤੁਸੀਂ 5 ਪੋਸਟਾਂ ਨੇ ਟੋਟਲ, ਜਿਹਦੇ ਵਿੱਚ ਕੋਈ 3 ਪੋਸਟਾਂ ਆਪਣੀਆਂ ਮੇਲ ਫੀਮੇਲ ਦੋਨਾਂ ਦੀਆਂ ਹੋ ਗਈਆਂ ਤੇ 2 ਪੋਸਟਾਂ
2 ਪੋਸਟਾਂ ਰਿਜ਼ਰਵ ਹੋ ਗਈਆਂ, ਠੀਕ ਆ, ਆਪਣੀਆਂ ਪੂਰੀ ਤਰ੍ਹਾਂ ਵੂਮੈਨਸ ਦੀਆਂ। 7 ਕੈਂਡੀਡੇਟਸ ਨੂੰ ਬੁਲਾਇਆ, ਜਿਹਦੇ 'ਚ ਕਿ 3 ਮੇਲ ਬੁਲਾਏ ਨੇ ਤੇ ਫੀਮੇਲ ਇਹਨਾਂ ਨੇ ਕੋਈ ਵੀ ਨਹੀਂ ਬੁਲਾਈ, ਠੀਕ ਆ। ਸੋ ਸ਼ਾਇਦ ਇਹਦੇ ਵਿੱਚ ਕੋਈ ਫੀਮੇਲ ਕੈਂਡੀਡੇਟ ਕੁਆਲੀਫਾਈ ਨਹੀਂ ਕੀਤੀ ਹੋਏਗੀ। ਸੋ ਮੇਲ ਦੇ ਵਿੱਚ ਟੋਟਲ 3 ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ। ਸੋ ਜਿਹਦੇ ਵਿੱਚ ਕਿ 39.646, ਸੌਰੀ ਆ ਮੇਰੇ ਅਕੋਰਡਿੰਗ ਮੇਰੇ ਤੋਂ ਗਲਤ ਲਿਖਿਆ ਗਿਆ। ਇਹਦੇ ਵਿੱਚ ਤੁਸੀਂ ਦੇਖੋਗੇ, ਇਹ ਮੈਂ ਦੇਖ ਕੇ ਤੁਹਾਨੂੰ ਉੱਪਰ ਕਨਫਰਮ ਕਰ ਦੇਵਾਂਗਾ, PDF ਦੇ ਵਿੱਚ ਕਰੈਕਸ਼ਨ ਕਰਕੇ ਮੈਂ ਤੁਹਾਨੂੰ ਅਪਲੋਡ ਐਕਸਲ ਫਾਈਲ 'ਚ ਕਰ ਦੇਵਾਂਗਾ। ਸੋ ਇਹਨੂੰ ਤੁਸੀਂ ਹੋਲਡ ਰੱਖ ਲਓ ਅਜੇ, ਠੀਕ ਹੈ ਜੀ। ਸੋ PWD MD ਨੂੰ ਤੁਸੀਂ ਹੋਲਡ ਰੱਖ ਲਓ ਅਜੇ ਫਿਲਹਾਲ, ਇਹਦੇ ਨਾਲ ਦੇਖੋ। ਸੋ ਇਹਦੇ ਵਿੱਚ ਥੋੜੀ ਦਿੱਕਤ ਲੱਗ ਰਹੀ ਹੈ ਮੈਨੂੰ। ਸੋ BC ਐਕਸ ਸਰਵਿਸਮੈਨ ਸੈਲਫ ਡਿਪੈਂਡੈਂਟ, ਠੀਕ ਹੈ, ਸੈਲਫ ਤੇ ਡਿਪੈਂਡੈਂਟ ਐਕਸ ਸਰਵਿਸਮੈਨ ਦੇ ਟੋਟਲ 11 ਸੀਟਾਂ ਸੀ। 11 ਦੀਆਂ 11 ਇਹ ਟੋਟਲ ਮੇਲ ਫੀਮੇਲ ਦੋਨੇ ਦੀਆਂ ਹੋ ਸਕਦੀਆਂ। ਵੂਮੈਨਸ ਲਈ ਕੋਈ ਵੀ ਸੀਟ ਇਹਦੇ ਵਿੱਚ ਰਿਜ਼ਰਵ ਨਹੀਂ ਸੀਗੀ, ਠੀਕ ਆ। ਤਾਂ ਇਹਦੇ 15 ਕੈਂਡੀਡੇਟਸ ਨੂੰ ਬੁਲਾਇਆ ਗਿਆ ਵਾ। ਟੋਟਲ 15 ਕੈਂਡੀਡੇਟਸ ਨੂੰ ਇਹਨਾਂ ਨੂੰ ਬੁਲਾਇਆ ਗਿਆ ਵਾ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਆਪਣੇ ਟੋਟਲ ਮੇਲ ਜਿਹੜੇ ਸੀਗੇ ਸੈਲਫ, ਠੀਕ ਆ ਜੀ, ਮੇਲ ਸੈਲਫ ਕੈਂਡੀਡੇਟ ਤੁਸੀਂ ਦੇਖੋਗੇ ਕਿ 10 ਬੁਲਾਏ ਨੇ ਇਹਨਾਂ ਨੇ, ਜਿਹਦਾ ਸਕੋਰ 35 ਰਿਹਾ ਵਾ। ਡਿਪੈਂਡੈਂਟ ਜਿਹੜੇ ਮੇਲ ਕੈਂਡੀਡੇਟ ਬੁਲਾਏ ਨੇ BC ਐਕਸ ਸਰਵਿਸਮੈਨ ਦੇ ਵਿੱਚ ਟੋਟਲ 4 ਕੈਂਡੀਡੇਟਸ ਨੂੰ ਬੁਲਾਇਆ ਇਹਨਾਂ ਨੇ ਤੇ 49.747 ਇਹਨਾਂ ਦਾ ਲਾਸਟ ਸਕੋਰ ਰੱਖਿਆ। ਫੀਮੇਲ ਦੇ ਵਿੱਚ ਡਿਪੈਂਡੈਂਟ 1 ਕੈਂਡੀਡੇਟ ਨੂੰ ਬੁਲਾਇਆ ਗਿਆ ਵਾ, ਜਿਹਦੇ ਵਿੱਚ ਕਿ 57.828 ਇਹਨਾਂ ਦਾ ਸਕੋਰ ਰਿਹਾ ਵਾ, ਠੀਕ ਆ, ਤੁਸੀਂ ਦੇਖ ਸਕਦੇ ਹੋ ਇਹਨੂੰ। ਨੈਕਸਟ ਆ ਗਿਆ ਜੀ ਐਕਸ ਸਰਵਿਸਮੈਨ ਆਪਣੇ SC OT ਅਦਰ ਕੈਟਾਗਰੀ ਦੇ ਜਿਹੜੇ 11 ਸੀਟਾਂ ਹੀ ਇਹਦੀਆਂ ਸੀ, 11 ਦੀਆਂ 11 ਰਿਜ਼ਰਵ ਸੀ, ਜਿਹਦੇ 16 ਕੈਂਡੀਡੇਟ ਬੁਲਾਇਆ ਗਿਆ ਜਿਨ੍ਹਾਂ ਲਈ, ਜਿਹਦੇ ਵਿੱਚ ਕਿ ਮੇਲ 6 ਸੀਗੇ, ਸੈਲਫ ਮੇਲ 6 ਸੀਗੇ, ਡਿਪੈਂਡੈਂਟ ਤੁਸੀਂ ਦੇਖੋਗੇ ਕਿ 5 ਸੀ। ਸੋ ਸੈਲਫ ਦਾ ਸਕੋਰ 36.869 ਰੱਖਿਆ ਇਹਨਾਂ ਨੇ ਤੇ ਡਿਪੈਂਡੈਂਟ ਦਾ 47.980। ਫੀਮੇਲ ਡਿਪੈਂਡੈਂਟ 5 ਨੇ ਤੇ ਉਹਦੇ ਵਿੱਚ ਇਹਨਾਂ ਨੇ 45.960 ਇਹਨਾਂ ਨੇ ਲਾਸਟ ਸਕੋਰ ਰੱਖਿਆ। SC MZV ਦੀ ਟੋਟਲ 10 ਪੋਸਟਾਂ ਸੀ, 10 ਦੀਆਂ 10 ਹੀ ਇਹਨਾਂ ਨੇ, ਅਗਰ ਆਪਾਂ ਦੇਖੀਏ ਤਾਂ ਇਹਦੇ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਸੀ, ਜਿੱਦਾਂ ਕਿ ਇਹਦੇ ਉੱਪਰ ਵਾਲੀਆਂ 3 ਦੇ ਵਿੱਚ ਵੀ ਰਿਜ਼ਰਵ ਕੋਈ ਸੀਟ ਨਹੀਂ, ਇਹ 'ਚ ਮੇਲ ਫੀਮੇਲ ਦੋਨੋਂ ਆ ਸਕਦੇ ਨੇ। ਸੋ ਇਹਦੇ ਵਿੱਚ 5 ਕੈਂਡੀਡੇਟਸ ਨੂੰ ਇਹਨਾਂ ਨੇ ਬੁਲਾਇਆ ਵਾ ਟੋਟਲ, ਤਾਂ ਇਹਦੇ ਵਿੱਚ ਕਿ ਜਿਹਦੇ ਵਿੱਚ ਕਿ 4 ਆਪਣੇ ਮੇਲ ਬੁਲਾਏ ਗਏ ਨੇ ਤੇ 1 ਫੀਮੇਲ। ਸੋ ਇਹਦੇ ਵਿੱਚ ਜ਼ਿਆਦਾਤਰ ਕੈਂਡੀਡੇਟ ਕੁਆਲੀਫਾਈ ਹੀ ਨਹੀਂ ਕੀਤੇ ਹੋਣਗੇ, ਠੀਕ ਆ। ਸੋ ਇਹ ਦਿੱਕਤ ਹੋ ਸਕਦੀ ਹੈ। ਮੇਲ ਨੂੰ ਆਪਣਾ ਬੁਲਾਇਆ ਗਿਆ ਵਾ ਆਪਣੇ 36.364 ਨੰਬਰ ਨੂੰ, ਤੇ ਫੀਮੇਲਸ ਜਿਹੜੀ 1 ਬੁਲਾਇਆ ਗਿਆ ਉਹਨਾਂ ਨੂੰ 44.697 ਨੰਬਰ ਤੱਕ ਬੁਲਾਇਆ ਗਿਆ ਵਾ, ਠੀਕ ਆ। ਸੋ ਤੁਸੀਂ ਦੇਖ ਸਕਦੇ ਹੋ। ਬਾਕੀ ਤੁਸੀਂ ਆਪਣੀ ਲਿਸਟ ਦੇ ਵਿੱਚ ਆਪਦਾ ਨਾਮ ਜ਼ਰੂਰ ਚੈੱਕ ਕਰਨਾ ਕਿ ਕਿਤੇ ਮੇਰਾ ਨਾਮ ਉਹਦੇ ਉੱਪਰ ਹੈਗਾ ਵਾ ਜਾਂ ਨਹੀਂ। ਤਾਂ ਉਹਦੇ ਵਿੱਚ ਉਹਦੇ ਅਕੋਰਡਿੰਗ ਤੁਸੀਂ ਇੱਕ ਡੇਟ ਜ਼ਰੂਰ ਚੈੱਕ ਕਰਨੀ ਆ, ਕਿਉਂਕਿ ਡੇਟਸ ਹਰੇਕ ਦੀ ਅਲੱਗ-ਅਲੱਗ ਆ, ਠੀਕ ਆ। ਸੋ ਉਹ ਦੇਖ ਕੇ ਤੁਸੀਂ ਜਾਣਾ ਵਾ ਆਪਣਾ। ਤੇ ਨੈਕਸਟ SC MZV, ਠੀਕ ਆ, ਸਪੋਰਟਸ ਕੈਟਾਗਰੀ ਦੀਆਂ 3 ਸੀਟਾਂ ਸੀ, 3 ਦੇ ਵਿੱਚ ਮੇਲ ਫੀਮੇਲ ਆ ਸਕਦੇ ਸੀ। ਸੋ ਵੂਮੈਨਸ ਲਈ ਕੋਈ ਸੀਟ ਰਿਜ਼ਰਵ ਨਹੀਂ ਸੀ। 3 ਹੀ ਕੈਂਡੀਡੇਟਸ ਨੂੰ ਬੁਲਾਇਆ ਉਹਨਾਂ ਨੇ, 3 ਮੇਲ ਨੇ, 36.616। ਮਤਲਬ ਇਹ 3 ਕੈਂਡੀਡੇਟ ਅਗਰ DV 'ਚ ਪਾਸ ਹੁੰਦੇ ਨੇ ਤਾਂ ਇਹ ਸਿਲੈਕਟਡ ਨੇ। ਟੋਟਲ 549 ਪੋਸਟਾਂ ਸੀਗੀਆਂ, ਜਿਹਦੇ ਚੋਂ 186 ਵੂਮੈਨਸ ਲਈ ਰਿਜ਼ਰਵ ਸੀ, ਜਿਹੜੀਆਂ ਬਚ ਗਈਆਂ 363 ਉਹ ਕੈਟਾਗਰੀ ਵਾਈਜ਼ ਜਿਹੜੀਆਂ ਮਤਲਬ ਮੇਲ ਫੀਮੇਲ ਦੀਆਂ ਦੋਨਾਂ 'ਚ ਡਿਵਾਈਡ ਹੋ ਜਾਣਗੀਆਂ। ਤਾਂ ਟੋਟਲ ਇਹਨਾਂ ਨੇ ਪਹਿਲੀ ਕਮੇਟੀ ਦੇ ਵਿੱਚ 281 ਕੈਂਡੀਡੇਟ ਨੂੰ ਬੁਲਾਇਆ, ਦੂਜੀ ਕਮੇਟੀ 'ਚ 386 ਕੈਂਡੀਡੇਟ ਨੂੰ ਬੁਲਾਇਆ। ਮਤਲਬ ਟੋਟਲ 549 ਪੋਸਟਾਂ ਲਈ ਇਹਨਾਂ ਨੇ 667 ਕੈਂਡੀਡੇਟ ਨੂੰ ਹੀ ਬੁਲਾਇਆ, ਜਿਹੜੇ ਕਿ ਅਪਰੋਕਸੀਮੇਟ ਅਗਰ ਆਪਾਂ ਦੇਖੇ ਤੇ 24-25% ਹੀ ਬਣਦੇ ਨੇ। ਇੰਨੇ ਹੀ ਕੈਂਡੀਡੇਟਸ ਨੂੰ ਇਹਨਾਂ ਨੂੰ ਬੁਲਾਇਆ ਵਾ। ਤਾਂ ਤੁਸੀਂ ਜਾ ਕੇ ਆਪਣਾ ਨਾ ਸਕੋਰ ਜ਼ਰੂਰ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ, ਠੀਕ ਆ। ਸੋ ਆ ਸਾਰਾ ਮੈਂ ਤੁਹਾਨੂੰ ਐਕਸਪਲੇਨ ਕਰਤਾ ਹੋਇਆ ਕਿ ਇਹਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ DV ਲਈ ਬੁਲਾਇਆ ਵਾ। ਕੈਟਾਗਰੀ ਵਾਈਜ਼ ਤੁਹਾਨੂੰ ਮੈਂ ਨੰਬਰਸ ਵੀ ਦੱਸਦੇ ਨੇ, ਕੈਟਾਗਰੀ ਵਾਈਜ਼ ਮੈਂ ਤੁਹਾਨੂੰ ਮੇਲ ਤੇ ਫੀਮੇਲ ਦੀਆਂ ਜੋ ਲਿਸਟਾਂ ਨੇ, ਕਿੰਨੇ ਕੈਂਡੀਡੇਟ ਨੂੰ ਬੁਲਾਇਆ ਤੇ ਕਿੰਨੀਆਂ ਸੀਟਾਂ ਨੇ, ਠੀਕ ਆ। ਸੋ ਆ ਮੈਂ ਸਾਫ਼-ਸਾਫ਼ ਲਿਖਿਆ ਕਿ 60 ਸੀਟਾਂ ਨੇ, ਜਿਹਦੇ ਲਈ 54 ਕੈਂਡੀਡੇਟਸ ਨੂੰ ਬੁਲਾਇਆ। ਇਹ 'ਚ 18 ਫੀਮੇਲ ਦੀਆਂ ਸੀਟਾਂ ਨੇ, ਜਿਹਦੇ ਵਿੱਚ ਕਿ 23 ਫੀਮੇਲਸ ਨੂੰ ਬੁਲਾਇਆ ਗਿਆ ਵਾ, ਜਿੱਦਾਂ ਕਿ ਇਹਦੇ ਵਿੱਚ ਟੋਟਲ 37 ਨੇ, ਜਿਹਦੇ ਵਿੱਚ ਕਿ 46 ਨੂੰ ਬੁਲਾਇਆ ਗਿਆ ਵਾ, ਠੀਕ ਆ। ਸੋ ਆ ਸਾਰੀ ਲਿਸਟ ਆ ਜਿਹੜੀ ਕਿ ਆਪਣੀ ਜੋ ਕਿ PSPCL ਦੀ ਸਾਈਟ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲੀ ਸੀ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਆ ਸਾਰਾ ਇਹਨਾਂ ਨੇ ਲਿਖਿਆ ਹੋਇਆ। ਇੱਕ ਇਹਨਾਂ ਨੇ ਰਿਪੋਰਟਿੰਗ ਟਾਈਮ 9:30 ਵਜੇ ਲਿਖਿਆ, ਬੁਲਾਇਆ ਕਿੱਥੇ ਆ ਜੀ, ਪਟਿਆਲਾ ਵਾ ਇਹਦਾ, ਠੀਕ ਆ। TTI ਕੰਪਲੈਕਸ ਆ ਜਿਹੜਾ ਕਿ ਸ਼ਕਤੀ ਵਿਹਾਰ ਨੀਅਰ 23 ਨੰਬਰ ਫਾਟਕ PSPCL ਦੇ ਵਿੱਚ ਇੱਥੇ ਦਰਜ ਆ। ਤਾਂ ਇਹਦੇ ਵਿੱਚ ਕਹਿੰਦਾ ਜੀ ਜਿੰਨੇ ਵੀ ਕੈਂਡੀਡੇਟ ਬੁਲਾਏ ਨੇ ਡਾਕੂਮੈਂਟ ਚੈਕਿੰਗ ਲਈ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਸਿਲੈਕਸ਼ਨ ਹੋ ਜਾਏਗੀ ਪੋਸਟ ਲਈ। ਪੰਜਾਬ ਡੋਮੀਸਾਈਲ, ਠੀਕ ਹੈ, ਡੋਮੀਸਾਈਲ ਸਰਟੀਫਿਕੇਟ ਤੁਸੀਂ ਜ਼ਰੂਰ ਲੈ ਕੇ ਜਾਣਾ ਜਿਹਨੇ ਰਿਜ਼ਰਵੇਸ਼ਨ ਦਾ ਫਾਇਦਾ ਲੈਣਾ, ਤੇ ਨਾਲ ਹੀ ਜਿਹੜੇ ਰਿਜ਼ਰਵੇਸ਼ਨ ਰਿਲੇਟਡ ਜਿਹੜੇ ਵੀ ਸਰਟੀਫਿਕੇਟ ਹੁੰਦੇ ਨੇ ਉਹ ਤੁਸੀਂ ਨਾਲ ਲੈ ਕੇ ਜਾਣੇ ਨੇ। TADA ਤੁਹਾਨੂੰ ਕੋਈ ਨਹੀਂ ਮਿਲੇਗਾ, ਠੀਕ ਆ। ਸੋ ਅੱਗੇ ਇਹਨਾਂ ਨੇ ਲਿਖਿਆ ਵਾ ਕਿ ਕੋਈ ਵੀ ਪਰਸਨ ਦਾ, ਇਹਦਾ ਮਤਲਬ ਕੈਨ ਅਪੀਅਰ ਨੋ ਅਦਰ ਪਰਸਨ ਆਨ, ਮਤਲਬ ਕੋਈ ਹੋਰ ਪਰਸਨ ਆ ਕੇ ਤੁਹਾਡੀ DV ਨਹੀਂ ਕਰਵਾ ਸਕਦਾ। ਜਿਹਦਾ ਕੈਂਡੀਡੇਟ ਦਾ ਨਾਮ ਆਇਆ ਉਹੀ DV ਕਰਾਊਗਾ। ਟੈਂਟੇਟਿਵ ਇਹਨਾਂ ਨੇ ਆ ਲਿਖਿਆ ਹੋਇਆ ਕਿ 25% ਐਕਸਟਰਾ ਕੈਂਡੀਡੇਟ ਨੂੰ ਬੁਲਾਇਆ ਗਿਆ। ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ 549 ਪੋਸਟਾਂ ਨੇ ਟੋਟਲ, ਜਿਹਦੇ ਲਈ ਕਿ ਤੁਸੀਂ ਦੇਖੋਗੇ 667 ਦੇ ਲਗਭਗ ਕੈਂਡੀਡੇਟ ਨੂੰ ਟੋਟਲ 2 ਕਮੇਟੀਆਂ 'ਚ ਬੁਲਾਇਆ ਗਿਆ। ਸੋ ਆਹ ਦੇਖ ਲਓ ਤੁਸੀਂ ਆਪਦਾ ਇਹਦੇ ਵਿੱਚ ਨਾਮ ਚੈੱਕ ਕਰ ਸਕਦੇ ਹੋ।
ਤਾਂ ਇਹਦੇ ਵਿੱਚ ਸਾਰਾ ਨਾਮ ਹੈ, ਕਿੰਨੇ ਤੁਹਾਡੇ ਨੰਬਰ ਨੇ, ਡੇਟਸ ਜ਼ਰੂਰ ਦੇਖਣੀਆਂ ਨੇ ਤੁਸੀਂ। ਡੇਟਸ ਦੇਖੋ, ਇਹਨਾਂ ਨੇ ਕਮੇਟੀ ਵਾਈਜ਼ ਆ ਇਹਦੀ 29/6 ਤੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਸ਼ੁਰੂ ਹੋ ਜੂਗੀ। ਦੇਖੋ 29 ਜੂਨ ਤੋਂ ਲੈ ਕੇ ਆ ਦੇਖੋ 1 ਨੂੰ ਕਿੰਨਾ ਦੇਣੇ, 6 ਨੂੰ ਕਿੰਨਾ ਦੇਣੇ, ਸਾਰਿਆਂ ਦੇ ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਤੁਹਾਡੇ ਬਣ ਗਏ। ਇਹ ਤੁਹਾਡੀ ਜਾਏਗੀ, ਇਹਦੀ ਤੁਸੀਂ ਦੇਖੋਗੇ ਤੁਸੀਂ ਦੇਖੋਗੇ ਕਿੰਨੀ ਤਰੀਕ, ਬਿਲਕੁਲ ਜੀ ਇਹ 12 ਜੁਲਾਈ ਤੱਕ ਤੁਹਾਡੀ ਇਹ ਡੀਵੀ ਚੱਲਦੀ ਰਹੇਗੀ, ਠੀਕ ਆ। ਸੋ ਟੋਟਲ ਤੁਸੀਂ ਦੇਖੋਗੇ 13-14 ਦਿਨ ਇਹ ਡੀਵੀ ਤੁਹਾਡੀ ਚੱਲੇਗੀ। ਸੋ ਤੁਸੀਂ ਜਾਣਾ ਵਾ ਆਪਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਓ। ਸੋ ਆਪਦੇ ਆਪ ਜਿਨ੍ਹਾਂ ਦਾ ਅਜੇ ਫਿਲਹਾਲ ਨੰਬਰ ਨਹੀਂ ਆਏਗਾ, ਠੀਕ ਆ, ਜਿਨ੍ਹਾਂ ਦੇ ਨੰਬਰ ਪਾਉਂਦੇ, ਤੁਸੀਂ ਯਕੀਨ ਰੱਖੋ ਤੁਹਾਡੀ 100% ਇਹਦੀ ਦੂਜੀ ਵੇਟਿੰਗ ਮੈਰਿਟ ਲਿਸਟ ਜ਼ਰੂਰ ਆਏਗੀ, ਠੀਕ ਆ ਜੀ। ਸੋ ਆਪਣੀ ਬਾਕੀ ਅਗਲੇ ਪੇਪਰਾਂ ਲਈ ਤੁਸੀਂ ਤਿਆਰੀ ਕਰਦੇ ਰਹੋ, ਪੋਜ਼ਿਟਿਵ ਰਹੋ, ਪੂਰਾ ਵਧੀਆ ਤਰੀਕੇ ਦੇ ਨਾਲ ਤਿਆਰੀ ਆਪਾਂ ਕਰਵਾ ਰਹੇ ਹਾਂ। ਜੀਕੇ ਦੀ ਤਿਆਰੀ ਤੁਸੀਂ ਆਪਣੇ ਚੈਨਲ ਤੋਂ ਕਰ ਸਕਦੇ ਹੋ। ਜੀਕੇ ਲਈ ਆਪਾਂ ਪੰਜਾਬੀ ਤੇ ਅੰਗਰੇਜ਼ੀ, ਠੀਕ ਆ ਜੀ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਾਂ ਤਿਆਰੀ ਕਰਵਾ ਰਹੇ ਹਾਂ। ਟੌਪਿਕ ਵਾਈਜ਼ ਥਿਊਰੀ ਪਲੱਸ MCQ ਕਰਵਾ ਰਹੇ ਹਾਂ। ਪਹਿਲਾਂ ਥਿਊਰੀ ਕਰਵਾਉਂਦੇ ਹਾਂ, ਫਿਰ MCQ ਕਰਵਾਉਂਦੇ ਹਾਂ, ਤੇ ਨਾਲ ਤੁਹਾਨੂੰ ਉਹਦੀ PDF ਆਪਾਂ ਟੈਲੀਗ੍ਰਾਮ ਚੈਨਲ ਦੇ ਉੱਤੇ ਸ਼ੇਅਰ ਕਰ ਦਿੰਦੇ ਆ ਹਰੇਕ ਕਲਾਸ ਦੀ, ਠੀਕ ਆ ਜੀ। ਹਰੇਕ ਕਲਾਸ ਦੀ ਤੁਸੀਂ PDF ਟੈਲੀਗ੍ਰਾਮ ਤੋਂ ਬਾਅਦ ਚੋਂ ਕਰ ਸਕਦੇ ਹੋ ਡਾਊਨਲੋਡ। ਤੇ ਨਾਲ ਹੀ ਇੱਕ ਚੀਜ਼ ਹੋਰ ਤੁਸੀਂ ਦੇਖਣੀ ਆ ਕਿ ਆਪਾਂ MCQ ਟੈਸਟ ਵੀ ਨਾਲ ਕਰ ਰਹੇ ਹਾਂ, ਨਾਲ ਆਪਾਂ PYQ ਵੀ ਕਰ ਰਹੇ ਹਾਂ, ਠੀਕ ਆ। ਸਾਰੇ ਆਪਣੇ ਇਸ ਚੈਨਲ ਦੇ ਉੱਤੇ ਤੁਹਾਨੂੰ ਮਿਲੇਗਾ। ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਜੇ ਤੁਹਾਨੂੰ ਵੀਡੀਓ ਤੋਂ ਕੋਈ ਬੈਨੀਫਿਟ ਮਿਲਿਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਠੀਕ ਆ ਜੀ। ਧੰਨਵਾਦ, ਮਿਲਦੇ ਹਾਂ ਹੁਣ ਆਪਾਂ ਅਗਲੀ ਕਲਾਸ ਦੇ ਵਿੱਚ।